Dear students, welcome to part 2 of Change the Narration. In part 1, we have done the introduction and various components of direct speech and indirect speech. प्यारे बच्चों बहुत बहुत स्वागत। ਪਾਰਟ 1 ਤੁਸੀਂ ਦੇਖ ਲਿਆ ਹੋਣਾ। ਇਸ ਸ਼ਾਰਟ ਵੀਡੀਓ ਸੀਰੀਜ਼ ਦੇ ਵਿੱਚ ਇਹ ਹੈ ਅੱਜ ਪਾਰਟ 2। ਪਾਰਟ 1 ਦੇ ਵਿੱਚ ਤੁਹਾਨੂੰ ਦੱਸ ਦਿੱਤਾ ਕਿ ਡਾਇਰੈਕਟ ਇਨਡਾਇਰੈਕਟ ਸਪੀਚ ਕੀ ਹੁੰਦੀ ਹੈ, ਨਰੇਸ਼ਨ ਕੀ ਹੁੰਦੀ ਹੈ ਔਰ ਉਸ ਦੇ ਵੱਖ-ਵੱਖ ਹਿੱਸੇ ਕਿਹੜੇ ਹੁੰਦੇ ਹਨ। ਇਨ ਪਾਰਟ 2 we'll be doing difference between direct and indirect speech, and also with the help of examples we'll explore the rules to change the narration. First of all, in direct speech, as I told you in part 1, actual words of the speaker are quoted in inverted commas. So ਬੱਚੇ direct speech ਦੇ ਵਿੱਚ ਅਸੀਂ inverted commas ਲਾਉਂਦੇ ਹਾਂ ਤੇ ਉਹਦੇ ਅੰਦਰ ਅਸਲੀ ਸ਼ਬਦ ਨੇ ਜਿਹੜੇ ਉਹ ਬੋਲਣ ਵਾਲੇ ਦੇ ਉਹ ਲਿਖ ਲਏ ਜਾਂਦੇ ਨੇ। In indirect speech, actual words of the speaker are not quoted. The meaning or matter of the reported speech is conveyed indirectly. ਜਦੋਂ ਕਿ ਇਨਡਾਇਰੈਕਟ ਸਪੀਚ ਦੇ ਵਿੱਚ ਅਸੀਂ ਅਸਲੀ ਸ਼ਬਦਾਂ ਦਾ ਇਸਤੇਮਾਲ ਨਹੀਂ ਕਰਦੇ ਬਲਕਿ ਉਸ ਨੂੰ ਆਪਣੇ ਹਿਸਾਬ ਦੇ ਨਾਲ ਉਸ ਦਾ ਅਰਥ ਦੱਸਣ ਲਈ ਚੇਂਜ ਕਰ ਲੈਂਦੇ ਹਾਂ। ਫਿਰ ਅਸੀਂ ਗੱਲ ਕੀਤੀ ਸੀ ਹਾਊ ਮੈਨੀ ਪਾਰਟਸ ਆਫ ਦਿਸ ਸੈਂਟੈਂਸ ਇਜ਼ ਦੇਅਰ। देयर आर टू पार्ट्स, रिपोर्टिंग वर्ब एंड रिपोर्टेड स्पीच। जो डायरैक्ट स्पीच है उस दे सेंटेंस के किन्ने हिस्से होंदे हन। रिपोर्टिंग वर्ब कॉमे दे बाहर वाला हिस्सा, रिपोर्टेड स्पीच कॉमे दे अंदर वाला हिस्सा। एंड देयर इज़ वन कॉम्पलैक्स सेंटेंस विद अ प्रिंसिपल क्लॉज एंड अ सबऑर्डिनेट क्लॉज इन इनडायरैक्ट स्पीच। इनडायरैक्ट स्पीच दे विच असीं की करदे हां, इस दे विच साडे कोल एक कॉम्पलैक्स सेंटेंस हुंदा है जिस दे विच एक प्रिंसिपल क्लॉज हुंदी है, यानी कि एक पूरा वाक हुंदा है जिसका मीनिंग पूरा हुंदा है, और एक सबऑर्डिनेट क्लॉज हुंदी है, एक अधूरा वाक हुंदा है जिसका मीनिंग सानू प्रिंसिपल क्लॉज की मदद नाल क्लीयर हुंदा है। तो इस दे नाल एक कंजंक्शन लगती है जिवें कि दैट या इफ या वैदर एटसैट्रा। नैक्सट, डायरैक्ट स्पीच। रिपोर्टिंग वर्ब एंड रिपोर्टेड स्पीच आर सैपरेटेड बाय कॉमा। ਤਾਂ ਬੇਟੇ ਜਦੋਂ ਅਸੀਂ ਰਿਪੋਰਟਿੰਗ ਵਰਬ ਤੇ ਰਿਪੋਰਟਡ ਸਪੀਚ ਨੂੰ ਵੱਖ ਕਰਕੇ ਲਿਖਣਾ ਹੁੰਦਾ ਹੈ ਤਾਂ ਇਨਵਰਟਡ ਕੌਮਾ ਸ਼ੁਰੂ ਤੋਂ ਕਰਨ ਤੋਂ ਪਹਿਲਾਂ ਇੱਕ ਕੌਮਾ ਲੱਗਦਾ ਹੈ। ਇਨ ਇਨਡਾਇਰੈਕਟ ਸਪੀਚ ਦੇਅਰ ਇਜ਼ ਨੋ ਯੂਜ਼ ਆਫ ਕੌਮਾ ਟੂ ਸੈਪਰੇਟ ਥੀਸ ਟੂ ਥਿੰਗਸ, ਇਨਵਰਟਡ ਕੌਮਾਸ ਆਰ ਰਿਮੂਵਡ। ਹੁਣ ਇਨਡਾਇਰੈਕਟ ਸਪੀਚ ਦੇ ਵਿੱਚ ਜਦੋਂ ਇਨਵਰਟਡ ਕੌਮਾਸ ਹੀ ਹਟ ਜਾਂਦੇ ਹਨ ਤਾਂ ਸਪੀਚ ਨੂੰ ਅਸੀਂ ਹਟਾਉਣਾ ਮਤਲਬ ਅਲੱਗ-ਅਲੱਗ ਕਰਨਾ ਹੀ ਨਹੀਂ ਹੈ ਬਲਕਿ ਉਹਨਾਂ ਨੂੰ ਤਾਂ ਆਪਾਂ ਜੋੜਦੇ ਹਾਂ ਕੰਜੰਕਸ਼ਨ ਨਾਲ। ਇਫ ਦੈਟ ਵੈਦਰ ਐਟਸੈਟਰਾ ਜਾਂ ਵਟ ਵੈਨ ਬਾਏ ਵੇਅਰ ਹਾਊ ਦੇ ਨਾਲ ਅਸੀਂ ਜੋੜ ਦਿੰਦੇ ਹਾਂ। ਸੋ ਜੋੜਨ ਦੇ ਵਿੱਚ ਸਾਨੂੰ ਕੋਈ ਸੈਪਰੇਸ਼ਨ ਦੀ ਜ਼ਰੂਰਤ ਨਹੀਂ ਹੈ, ਇਸ ਲਈ ਇੱਥੇ ਕੌਮਾ ਇਨਵਰਟਡ ਕੌਮਾ ਦਾ ਇਸਤੇਮਾਲ ਨਹੀਂ ਹੁੰਦਾ। ਰਿਪੋਰਟਡ ਸਪੀਚ ਇਜ਼ ਐਨਕਲੋਜ਼ਡ ਵਿਦ ਇਨਵਰਟਡ ਕੌਮਾਸ। ਰਿਪੋਰਟਡ ਸਪੀਚ ਇਜ਼ ਨਾਟ ਐਨਕਲੋਜ਼ਡ ਵਿਦ ਇਨਵਰਟਡ ਕੌਮਾਸ ਇਨ ਇਨਡਾਇਰੈਕਟ ਸਪੀਚ। ਸੋ ਡਾਇਰੈਕਟ ਸਪੀਚ ਦੇ ਵਿੱਚ ਇਨਵਰਟਡ ਕੌਮਾ ਦਾ ਯੂਜ਼ ਹੁੰਦਾ ਹੈ, ਇਨਡਾਇਰੈਕਟ ਸਪੀਚ ਦੇ ਵਿੱਚ ਬਿਲਕੁਲ ਵੀ ਨਹੀਂ ਹੁੰਦਾ। Next point, reported speech is inverted. Reported speech in inverted commas starts with a capital letter. So ਇਹਦਾ ਤੁਸੀਂ ਹਮੇਸ਼ਾ ਹੀ ਧਿਆਨ ਰੱਖਣਾ ਕਿ ਜਦੋਂ ਵੀ ਇਨਵਰਟਡ ਕੌਮਾ ਸ਼ੁਰੂ ਹੁੰਦਾ ਹੈ ਤਾਂ ਪਹਿਲਾ ਲੈਟਰ ਕੀ ਹੋਏਗਾ, ਕੈਪੀਟਲ ਹੋਏਗਾ। Reported speech becomes a subordinate clause of a complex sentence. ਸੋ ਕੰਪਲੈਕਸ ਸੈਂਟੈਂਸ ਦੇ ਦੋ ਹਿੱਸੇ ਹੁੰਦੇ ਹਨ, ਪ੍ਰਿੰਸੀਪਲ ਕਲੌਜ਼, ਸਬऑर्डिनेट ਕਲੌਜ਼। ਸੋ ਜਿਹੜਾ ਕੌਮੇ ਦੇ ਅੰਦਰ ਵਾਲਾ ਹਿੱਸਾ ਹੈ ਉਹ ਕਿਸ 'ਚ ਬਦਲ ਜਾਂਦਾ ਹੈ, ਸਬऑर्डिनेट ਕਲੌਜ਼ 'ਚ ਬਦਲ ਜਾਂਦਾ ਹੈ। ਹੈਂਸ ਇਟ ਸਟਾਰਟਸ ਵਿਦ ਅ ਸਮॉल ਲੈਟਰ। ਤਾਂ ਸਬऑर्डिनेट ਕਲੌਜ਼ ਕਿਉਂਕਿ ਮੇਨ ਕਲੌਜ਼ ਤੋਂ ਬਾਅਦ ਆਉਂਦੀ ਹੈ ਅਤੇ ਇਹ ਉਸ ਸੈਂਟੈਂਸ ਦਾ ਇੱਕ ਹਿੱਸਾ ਬਣ ਜਾਂਦਾ ਹੈ, ਇਸ ਲਈ ਇੱਥੇ ਸਾਨੂੰ ਕੈਪੀਟਲ ਲੈਟਰ ਲਿਖਣ ਦੀ ਲੋੜ ਨਹੀਂ, ਸਮॉल ਲੈਟਰ ਨਾਲ ਹੀ ਸ਼ੁਰੂ ਕਰਾਂਗੇ। ਲੇਕਿਨ ਇੱਕ ਕੇਸ ਦੇ ਵਿੱਚ ਅਸੀਂ ਕੈਪੀਟਲ ਲਿਖਾਂਗੇ ਜਦੋਂ ਆਈ ਹੋਵੇ। ਆਈ ਨੂੰ ਹਮੇਸ਼ਾ ਹੀ ਕੈਪੀਟਲ ਲਿਖਿਆ ਜਾਂਦਾ ਹੈ। ਔਰ ਜਦੋਂ ਗੋਡ ਲਈ ਇਸਤੇਮਾਲ ਹੋ ਰਿਹਾ ਹੋਵੇ, ਗੋਡ ਸ਼ਬਦ, ਉਹਦਾ ਜੀ ਹਮੇਸ਼ਾ ਕੈਪੀਟਲ ਹੋਏਗਾ, ਜਾਂ ਗੋਡ ਲਈ ਅਸੀਂ ਹਿਜ਼ ਜਾਂ ਹਿਮ ਸ਼ਬਦ ਇਸਤੇਮਾਲ ਕਰੀਏ ਉਦੋਂ ਕੈਪੀਟਲ ਹੋਏਗਾ, ਅਦਰਵਾਈਜ਼ ਨਹੀਂ। There is no use of conjunction as reporting verb, reported speech are separated by comma and inverted commas. Direct speech ਦੇ ਵਿੱਚ conjunction use ਹੀ ਨਹੀਂ ਹੁੰਦੀ। if that when if ਹੀ ਹੋ ਗਿਆ, that ਹੋ ਗਿਆ, when ਹੋ ਗਿਆ, where, why, how, whether, ਇਹ ਸਾਰਾ ਕੁਝ ਯੂਜ਼ ਹੀ ਨਹੀਂ ਹੁੰਦਾ ਕਿਉਂਕਿ ਕੌਮਾ ਅਤੇ ਇਨਵਰਟਿਡ ਕੌਮਾ ਨਾਲ ਦੋਵਾਂ ਨੂੰ ਅਲੱਗ ਕਰ ਦਿੱਤਾ ਜਾਂਦਾ ਹੈ, ਰਿਪੋਰਟਿੰਗ ਵਰਬ ਨੂੰ ਔਰ ਰਿਪੋਰਟਡ ਸਪੀਚ ਨੂੰ। ਇਨ ਇਨਡਾਇਰੈਕਟ ਸਪੀਚ ਵੀ ਯੂਜ਼ ਕੰਜੰਕਸ਼ਨ ਬਿਕੋਜ਼ ਵੀ ਆਰ ਜੁਆਇਨਿੰਗ ਥੀਸ ਟੂ ਥਿੰਗਸ। ਸੋ ਇੱਥੇ ਅਸੀਂ ਕੰਜੰਕਸ਼ਨ ਦੀ ਮਦਦ ਨਾਲ ਜਦੋਂ ਰਿਪੋਰਟਿੰਗ ਵਰਬ ਅਤੇ ਰਿਪੋਰਟਡ ਸਪੀਚ ਨੂੰ ਆਪਣੇ ਹਿਸਾਬ ਨਾਲ ਢਾਲ ਕੇ ਜੋੜ ਦਿੰਦੇ ਹਾਂ, ਇੱਥੇ ਕਿਸੇ ਤਰ੍ਹਾਂ ਦੇ ਕੌਮਾਸ ਇਸਤੇਮਾਲ ਨਹੀਂ ਹੁੰਦੇ।
So you can go through the general rules for changing direct speech into indirect speech. Dear students, this is on the page number 180 of your grammar book. General rules for changing direct speech into indirect speech. So first rule, we have discussed so many examples in the last part. So on the basis of that, you should note down an important note. General rules are those rules which are always followed while changing direct into indirect. So ਇਹ ਸਾਰੀਆਂ ਗੱਲਾਂ ਜੋ ਆਪਾਂ ਕਰਾਂਗੇ ਇਹਨਾਂ ਦਾ ਆਪਾਂ ਹਮੇਸ਼ਾ ਹੀ ਧਿਆਨ ਰੱਖਣਾ ਹੁੰਦਾ ਹੈ change of narration 'ਚ. Both general and specific rules must be followed while changing direct speech into indirect. ਸੋ ਇਹਦਾ ਅਸੀਂ ਹਮੇਸ਼ਾ ਹੀ ਧਿਆਨ ਰੱਖਾਂਗੇ, ਇਸ ਦੇ ਵਿੱਚ ਕੋਈ ਫੇਰ ਬਦਲ ਨਹੀਂ ਕਰਨਾ. ਦਾ ਸਪੈਸੀਫਿਕ ਰੂਲਸ ਆਰ ਰਿਲੇਟਿਡ ਟੂ ਟਾਈਪਸ ਆਫ ਸੈਂਟੈਂਸਿਸ. ਵਾਕ ਦੀ ਕਿਸਮ ਦੇਖੀ ਜਾਂਦੀ ਆ, ਉਸ ਦੇ ਹਿਸਾਬ ਦੇ ਨਾਲ ਰੂਲ ਲਗਾ ਦਿੱਤਾ ਜਾਂਦਾ ਹੈ. ਥੀਸ ਰੂਲਸ ਆਰ ਡਿਸਕਸਡ in this chapter. Okay, rule 1, inverted commas are removed. ਸੋ ਜਦੋਂ ਵੀ ਤੁਸੀਂ ਡਾਇਰੈਕਟ ਤੋਂ ਇਨਡਾਇਰੈਕਟ ਬਣਾਓ ਉਸ ਦੇ ਵਿੱਚ ਇਨਵਰਟਿਡ ਕੋਮਾ ਨਹੀਂ ਲੱਗਣਗੇ. ਇਨਵਰਟਿਡ ਕੋਮਾ ਹਟਾਉਂਦੇ ਹੀ ਕੰਜੰਕਸ਼ਨ ਲੱਗ ਜੂਗੀ, ਦੈਟ, ਇਫ, ਵੈਦਰ ਐਟਸੈਟਰਾ. ਔਰ ਕੰਜੰਕਸ਼ਨ ਲੱਗਦੇ ਹੀ ਪਹਿਲਾ ਲੈਟਰ ਜੋ ਹੈ ਉਹ ਛੋਟਾ ਹੋ ਜਾਏਗਾ, ਲੇਕਿਨ ਗॉड ਤੇ ਆਈ ਤੋਂ ਇਲਾਵਾ ਬਾਕੀ ਸਾਰੇ ਹੀ ਲੈਟਰਸ ਛੋਟੇ ਹੋ ਜਾਣਗੇ. ਰੂਲ 2, ਲੁੱਕ ਐਟ ਦ ਟੈਂਸ ਆਫ ਦ ਰਿਪੋਰਟਿੰਗ ਵਰਬ. ਅੱਗੇ ਤੁਹਾਨੂੰ ਐਗਜ਼ਾਮਪਲਸ ਨਾਲ ਸਮਝਾਉਂਗੀ ਵੀ. ਸੋ ਰਿਪੋਰਟਿੰਗ ਵਰਬ ਦਾ ਟੈਂਸ ਤੁਸੀਂ ਜ਼ਰੂਰ ਦੇਖਣਾ. ਅਸੀਂ ਪੁਰਾਣੀਆਂ ਐਗਜ਼ਾਮਪਲਸ ਦੇ ਵਿੱਚ ਦੇਖਿਆ ਸੀ ਕਈ ਜਗ੍ਹਾ 'ਤੇ ਟੈਲਸ ਹੁੰਦਾ ਹੈ ਜਾਂ ਵਿਲ ਟੈਲ ਹੁੰਦਾ ਹੈ, ਇਸ ਦਾ ਮਤਲਬ ਇਹ ਟੈਂਸ ਕਿਹੜਾ ਹੈ, ਪ੍ਰੈਜ਼ੈਂਟ ਔਰ ਫਿਊਚਰ. ਔਰ ਕਈ ਜਗ੍ਹਾ 'ਤੇ ਟੋਲਡ ਹੁੰਦਾ ਜਾਂ ਸੈਡ ਹੁੰਦਾ, ਇਹਦਾ ਮਤਲਬ ਇਹ ਟੈਂਸ ਕਿਹੜਾ, ਪਾਸਟ. If the reporting verb in direct speech is in present or future tense, there will be no change in the tense of the reported speech while changing the direct speech into indirect speech. So example ਨਾਲ ਮੈਂ ਤੁਹਾਨੂੰ ਇਹ clear ਕਰੂੰਗੀ ਕਿ ਅਗਰ ਸਾਡਾ ਰਿਪੋਰਟਿੰਗ ਵਰਬ ਪ੍ਰੈਜ਼ੈਂਟ ਜਾਂ ਫਿਊਚਰ ਟੈਂਸ 'ਚ ਹੈ ਤਾਂ ਤੁਸੀਂ ਅੰਦਰ ਵਾਲਾ ਟੈਂਸ ਨਹੀਂ ਬਦਲਣਾ. ਅਗਰ ਇਹ ਪਾਸਟ ਟੈਂਸ 'ਚ ਹੈ ਤਾਂ ਹੀ ਤੁਸੀਂ ਅੰਦਰ ਵਾਲਾ ਟੈਂਸ ਬਦਲਣਾ ਹੈ. ਸੋ ਲੁੱਕ ਐਟ ਐਗਜ਼ਾਮਪਲ ਨੰਬਰ 1. Direct. The teacher says to the students, I have corrected your notebooks. So ਇਹ ਤੁਹਾਡੀ ਪਹਿਲੀ example ਹੈ. Here we use comma and inverted comma. It means it is direct speech. So ਤੁਸੀਂ ਪਹਿਚਾਨ ਲਓ direct speech ਦੇ ਵਿੱਚ comma ਤੇ inverted comma ਲੱਗਿਆ ਹੋਇਆ ਹੈ. ਹੁਣ ਅਸੀਂ says to ਦੀ ਜਗ੍ਹਾ ਕੀ ਲਗਾ ਦਾਂਗੇ, tells. tells ਦੇ ਨਾਲ to ਨਹੀਂ ਲਾਣਾ ਕਿਉਂਕਿ says to ਦੀ ਜਗ੍ਹਾ ਹੀ tells ਲੱਗਦਾ ਹੈ. So in indirect the teacher tells the student. ਸੇਜ਼ ਜਾਂ ਟੈਲਸ ਤੋਂ ਕੀ ਪਤਾ ਲੱਗਦਾ ਹੈ ਕਿ ਇਹ ਵਰਬ ਰਿਪੋਰਟਿੰਗ ਵਰਬ ਦਾ ਟੈਂਸ ਕੀ ਹੈ, ਪ੍ਰੈਜ਼ੈਂਟ ਟੈਂਸ ਹੈ. ਸੋ ਪ੍ਰੈਜ਼ੈਂਟ ਟੈਂਸ ਹੋਵੇ ਜਦੋਂ ਬਾਹਰ ਤਾਂ ਅੰਦਰ ਵਾਲਾ ਟੈਂਸ ਅਸੀਂ ਨਹੀਂ ਬਦਲਾਂਗੇ. ਹੈਜ਼ ਹੈਵ ਨਾਲ ਥਰਡ ਫਾਰਮ ਹੈ, ਹੈਜ਼ ਹੈਵ ਨਾਲ ਥਰਡ ਫਾਰਮ ਹੀ ਲਾ ਦਾਂਗੇ. ਲੇਕਿਨ ਅਸੀਂ ਚੇਂਜ ਕਰਾਂਗੇ ਪ੍ਰੋਨਾਊਨ. ਪ੍ਰੋਨਾਊਨ ਜੋ ਕਿ ਆਈ ਦੀ ਜਗ੍ਹਾ 'ਤੇ ਸ਼ੀ ਹੋ ਜਾਏਗਾ ਕਿਉਂਕਿ ਕੌਣ ਆਪਣੇ ਆਪ ਨੂੰ ਆਈ ਕਹਿ ਰਿਹਾ ਹੈ, ਦ ਟੀਚਰ. ਠੀਕ ਹੈ ਜੀ. ਬਾਕੀ ਇਹ ਕਿਸ ਤਰ੍ਹਾਂ ਚੇਂਜ ਹੁੰਦੇ ਆ ਪ੍ਰੋਨਾਊਨ, ਇਹਦੀ ਵੀ ਅੱਗੋਂ ਡਿਟੇਲ ਦੇ ਵਿੱਚ ਤੁਹਾਨੂੰ ਰੂਲ ਸਮਝਾਉਂਗੀ. ਦ ਟੀਚਰ ਟੈਲਸ ਦ ਸਟੂਡੈਂਟਸ ਦੈਟ ਸ਼ੀ ਹੈਜ਼ ਕਰੈਕਟਿਡ ਦੇਅਰ ਨੋਟਬੁੱਕਸ. ਸੋ ਬੇਟੇ ਇੱਕ ਤਾਂ ਪ੍ਰੋਨਾਊਨ ਆਈ ਚੇਂਜ ਹੋਇਆ, ਇੱਕ ਯੋਰ ਪੋਜ਼ੈਸਿਵ ਪ੍ਰੋਨਾਊਨ ਜੋ ਹੈ ਉਹ ਵੀ ਚੇਂਜ ਹੋਇਆ. ਹੁਣ ਆਈ ਸ਼ੀ ਕਿਉਂ ਬਣਿਆ, ਯੋਰ ਦੇਅਰ ਕਿਉਂ ਬਣਿਆ, ਇਹਦਾ ਫਰਦਰ ਮੈਂ ਤੁਹਾਨੂੰ ਰੂਲ ਸਮਝਾਉਂਗੀ. ਵੇਟ ਫॉर दैट. ਨੰਬਰ 2. If the tense of reporting verb in direct speech is in past tense, follow the rules related to the change of tense discussed later in this chapter. So ਅੱਗੇ ਜਾ ਕੇ ਆਪਾਂ ਇਹ ਵੀ ਡਿਸਕਸ ਕਰਾਂਗੇ ਕਿ ਅਗਰ ਬਾਹਰ will tell ਜਾਂ tells ਨਾ ਹੋਵੇ, will say ਜਾਂ says ਨਾ ਹੋਵੇ, said ਹੋਵੇ ਜਾਂ told ਹੋਵੇ ਤਾਂ ਅਸੀਂ ਕੀ ਕਰਾਂਗੇ. ਤਾਂ ਅਸੀਂ ਅੰਦਰ ਵਾਲੇ ਟੈਂਸ ਨੂੰ ਬਦਲਾਂਗੇ. ਕਿਵੇਂ ਬਦਲਾਂਗੇ ਉਹਦੇ ਰੂਲਸ ਅਸੀਂ ਅੱਗੇ ਕਰਾਂਗੇ. ਫਿਲਹਾਲ ਲੁੱਕ ਐਟ ਰੂਲ ਨੰਬਰ 3. Rules regarding the change in personal pronoun. ਹੁਣ ਜੋ personal pronoun ਹੈ ਉਸ ਨੂੰ ਅਸੀਂ ਕਿਵੇਂ ਬਦਲਣਾ ਹੈ. While changing the personal pronoun, the gender and the case of the personal pronouns should be kept the same. So ਜਦੋਂ ਅਸੀਂ personal pronoun ਬਦਲਣਾ ਹੋਵੇ ਉਦੋਂ ਅਸੀਂ ਇੱਕ ਤਾਂ ਜੈਂਡਰ ਦਾ ਧਿਆਨ ਰੱਖਣਾ ਹੈ ਕਿ ਮੇਲ ਹੈ ਕਿ ਫੀਮੇਲ ਹੈ, ਅਤੇ ਇਸ ਦਾ ਧਿਆਨ ਰੱਖਣਾ ਕਿ ਕੇਸ ਕਿਸ ਤਰ੍ਹਾਂ ਦਾ ਹੈ. ਸੋ ਪਰਸਨਲ ਪ੍ਰੋਨਾਊਨਸ ਫਸਟ ਪਰਸਨ ਬੇਟੇ ਦੇਖ ਲਓ, ਨੋਟ ਕਰ ਲਓ ਫਸਟ ਪਰਸਨ ਕਿਹੜੇ ਕਿਹੜੇ ਨੇ. ਆਈ ਅਤੇ ਵੀ ਜਦੋਂ ਇਹ ਐਕਟਿਵ ਫਾਰਮ ਦੇ ਵਿੱਚ ਹੁੰਦੇ ਨੇ, ਸਬਜੈਕਟ ਦਾ ਕੰਮ ਕਰ ਰਹੇ ਨੇ. ਉਸ ਤੋਂ ਬਾਅਦ ਮੀ ਅਤੇ ਅਸ ਜਦੋਂ ਇਹ ਪੈਸਿਵ ਫਾਰਮ ਦੇ ਵਿੱਚ ਹੁੰਦੇ ਨੇ ਐਟ ਦ ਐਂਡ ਆਫ ਦ ਸੈਂਟੈਂਸ. ਓਕੇ, ਸੈਂਟੈਂਸ ਦੇ ਬਿਗਨਿੰਗ 'ਚ ਆਏਗਾ ਆਈ ਅਤੇ ਵੀ, ਸੈਂਟੈਂਸ ਦੇ ਐਂਡ 'ਚ ਆਏਗਾ ਮੀ ਅਤੇ ਅਸ. ਇਹ ਪੈਸਿਵ ਫਾਰਮ ਹੈ ਇਹਨਾਂ ਪ੍ਰੋਨਾਊਨਸ ਦੀ.
ਪੋਸੈਸਿਵ ਫਾਰਮ ਵੀ ਹੁੰਦੀ ਹੈ ਪ੍ਰੋਨਾਊਨਸ ਦੀ, ਜਿਸ ਦੇ ਵਿੱਚ ਸਾਨੂੰ ਪਤਾ ਲੱਗਦਾ ਹੈ ਕਿ ਇਹ ਵਸਤੂ, ਇਹ ਚੀਜ਼, ਇਹ ਕਿਸ ਦੀ ਹੈ, ਇਹ ਰਿਲੇਸ਼ਨਸ਼ਿਪ ਕਿਸ ਦਾ ਹੈ। ਮਾਈ, ਮਾਈਨ, ਆਵਰਸ, ਆਵਰ, ਇਸ ਤਰ੍ਹਾਂ ਦੇ ਪ੍ਰੋਨਾਊਨਸ ਜਿਹੜੇ ਨੇ ਪੋਸੈਸਿਵ ਪ੍ਰੋਨਾਊਨਸ ਹੁੰਦੇ ਆ। ਸੈਕਿੰਡ ਪਰਸਨ ਹੁੰਦਾ ਬੇਟੇ ਯੂ ਜਾਂ ਦੋ ਪੁਰਾਣੀ ਇੰਗਲਿਸ਼, ਏਂਸ਼ੀਅੰਟ ਇੰਗਲਿਸ਼ ਦਾ ਯੂ ਹੈ। ਔਰ ਇਸ ਦੇ ਵਿੱਚ ਜਦੋਂ ਅਸੀਂ ਇਸ ਨੂੰ ਪੈਸਿਵ ਫਾਰਮ 'ਚ ਲਿਜਾਂਦੇ ਹਾਂ, ਯੂ ਯੂ ਹੀ ਰਹਿੰਦਾ, ਐਕਟਿਵ ਹੋਵੇ ਚਾਹੇ ਪੈਸਿਵ ਹੋਵੇ। ਜਦੋਂ ਕਿ ਦੋ ਕੀ ਬਣ ਜਾਂਦਾ ਦੀ। ਪੋਜੈਸਿਵ ਕੇਸਿਸ ਕੀ ਹੁੰਦੇ ਨੇ? ਯੋਰ, ਯੋਰਸ, ਦਾਈਨ, ਦਾਈਨ ਏਂਸ਼ੀਅੰਟ ਇੰਗਲਿਸ਼। ਥਰਡ ਪਰਸਨ ਕਿਹੜੇ ਕਿਹੜੇ ਹੁੰਦੇ ਆ? ਹੀ, ਸ਼ੀ, ਇਟ, ਦੇ। ਜਦੋਂ ਇਹ ਪੈਸਿਵ ਫਾਰਮ 'ਚ ਜਾਂਦੇ ਆ, ਹਿਮ, ਹਰ, ਇਟ, ਦੈਮ। ਔਰ ਜਦੋਂ ਇਹ ਪੋਜੈਸਿਵ ਬਣਦੇ ਨੇ, ਯੋਰ, ਆਈ ਐਮ ਸੌਰੀ, ਹਿਜ਼, her, hers, its, their, theirs, etc. Next is pronoun of the first person in the reported speech change according to the subject of the reporting verb. The case will remain the same. ਹੁਣ ਤੁਸੀਂ ਇਸ ਐਗਜ਼ਾਮਪਲ ਦੇ ਵਿੱਚ ਦੇਖੋ, ਅਸੀਂ ਕੀ ਕਰਾਂਗੇ? pronoun change ਕਰਕੇ ਦੇਖਦੇ ਹਾਂ। My sister said to me, I don't want to waste my time. ਹੁਣ ਅਸੀਂ ਕੀ ਕੀਤਾ? ਜੋ ਫਸਟ ਪਰਸਨ ਹੈ ਉਸ ਦਾ ਪ੍ਰੋਨਾਊਨ ਸਬਜੈਕਟ ਦੇ ਅਕੋਰਡਿੰਗਲੀ ਬਦਲਤਾ। ਸਬਜੈਕਟ ਕੀ ਹੈ ਬੇਟਾ? ਮਾਈ ਸਿਸਟਰ। ਮਾਈ ਸਿਸਟਰ ਇਹ ਸਬਜੈਕਟ ਹੈ ਔਰ ਇਹ ਕੀ ਹੈ? ਥਰਡ ਪਰਸਨ। ਮਾਈ ਸਿਸਟਰ ਸੈਡ ਟੂ ਮੀ, ਆਈ, ਇਹ ਫਸਟ ਪਰਸਨ ਹੈ। ਡੋਂਟ ਵਾਂਟ ਟੂ ਵੇਸਟ ਮਾਈ, ਹੁਣ ਪੋਜੈਸਿਵ ਪ੍ਰੋਨਾਊਨ ਹੈ, ਠੀਕ ਹੈ। ਸੋ ਮੋਟਾ ਜਿਹਾ ਇਹ ਸਮਝ ਲਓ, ਆਈ ਨੂੰ ਅਸੀਂ ਸਬਜੈਕਟ ਦੇ ਹਿਸਾਬ ਨਾਲ ਚੇਂਜ ਕਰਨਾ ਹੈ। ਸੋ ਇਹ ਕੀ ਬਣ ਗਿਆ? ਇਨਡਾਇਰੈਕਟ। ਮਾਈ ਸਿਸਟਰ ਟੋਲਡ ਮੀ, ਸੈਡ ਟੂ ਦੀ ਜਗ੍ਹਾ ਕੀ ਲਗਾਤਾ? ਟੋਲਡ। ਮਾਈ ਸਿਸਟਰ ਟੋਲਡ ਮੀ ਦੈਟ। ਹੁਣ ਆਈ ਕੀ ਬਣ ਗਿਆ? ਸ਼ੀ। ਸ਼ੀ ਕਿਉਂ? ਕਿਉਂਕਿ ਸਿਸਟਰ ਦੇ ਅਨੁਸਾਰ ਆਪਾਂ ਇਹਨੂੰ ਬਦਲ ਰਹੇ ਹਾਂ। ਫਸਟ ਪਰਸਨ ਚੇਂਜਿਸ ਅਕੋਰਡਿੰਗ ਟੂ ਸਬਜੈਕਟ। ਤੋ ਇੱਥੇ ਆਈ ਦਾ ਕੀ ਬਣ ਗਿਆ? ਸ਼ੀ। ਡੂ ਨੋਟ ਦੀ ਜਗ੍ਹਾ 'ਤੇ ਅਸੀਂ ਕੀ ਲਾਤਾ? ਡਿਡ ਨੋਟ, ਕਿਉਂਕਿ ਪ੍ਰੈਜ਼ੈਂਟ ਇੰਡੈਫੀਨਿਟ ਨੂੰ ਕੀ 'ਚ ਬਦਲਤਾ? ਪਾਸਟ ਇੰਡੈਫੀਨਿਟ। ਡੂ ਨੋਟ, ਡਿਡ ਨੋਟ ਜਿੱਥੇ ਵੀ ਲੱਗੇ ਵਰਬ ਦੀ ਫਾਰਮ ਫਸਟ ਹੀ ਲੱਗੇਗੀ। ਸੋ ਵਾਂਟ ਦਾ ਵਾਂਟ ਹੀ ਰਹਿ ਗਿਆ। ਸ਼ੀ ਡਿਡ ਨੋਟ ਵਾਂਟ ਟੂ ਵੇਸਟ ਮਾਈ ਟਾਈਮ ਦੀ ਜਗ੍ਹਾ 'ਤੇ ਹਰ ਟਾਈਮ। ਆਈ ਦੇ ਨਾਲ ਮਾਈ, ਸ਼ੀ ਦੇ ਨਾਲ ਹਰ, ਇਹ ਕੋਂਬੀਨੇਸ਼ਨ ਹੀ ਹੈ। ਨੈਕਸਟ, pronoun of the second person in the reported speech change according to the object of the reporting verb. ਕੱਲ੍ਹ ਦੀਆਂ ਅਗਰ ਤੁਹਾਨੂੰ ਐਗਜ਼ਾਮਪਲਸ ਯਾਦ ਹੋਣ ਤਾਂ ਜੋ ਆਬਜੈਕਟ ਹੁੰਦਾ ਹੈ ਉਸ ਦੇ ਵਿੱਚ ਮੈਂ ਦੱਸਿਆ ਸੀ ਕਿ ਆਬਜੈਕਟ ਕੌਣ ਹੁੰਦਾ? ਜਿਹੜਾ ਗੱਲ ਸੁਣ ਰਿਹਾ ਹੁੰਦਾ। ਜਿਸ ਤਰ੍ਹਾਂ ਮਾਈ ਸਿਸਟਰ ਟੋਲਡ ਮੀ, ਤਾਂ ਕਿਹਨੂੰ ਦੱਸਿਆ? ਮੇਰੀ ਸਿਸਟਰ ਨੇ। ਸੁਣ ਕੌਣ ਰਿਹਾ? ਮੈਂ। ਸੋ ਜਿਹੜਾ ਆਬਜੈਕਟ ਹੁੰਦਾ ਹੈ, ਆਬਜੈਕਟ ਦੇ ਅਨੁਸਾਰ ਕੀ ਬਦਲਦਾ ਹੈ? ਆਬਜੈਕਟ ਦੇ ਅਨੁਸਾਰ ਬਦਲਦਾ ਸੈਕਿੰਡ ਪਰਸਨ, ਯਾਨੀ ਕਿ ਯੂ ਜਾਂ ਯੋਰ। ਸੋ ਅਗਰ ਤੁਹਾਡੇ ਰਿਪੋਰਟਡ ਸਪੀਚ ਦੇ ਵਿੱਚ ਯੂ ਜਾਂ ਯੋਰ ਹੋਵੇ, ਉਸ ਨੂੰ ਅਸੀਂ ਆਬਜੈਕਟ ਨੂੰ ਦੇਖਦੇ ਹੋਏ ਬਦਲ ਦਾਂਗੇ। ਬਿਲਕੁਲ ਘਬਰਾਉਣ ਦੀ ਜ਼ਰੂਰਤ ਨਹੀਂ, ਕਿਉਂਕਿ ਅੱਗੇ ਜਾ ਕੇ ਆਪਾਂ ਬਲੈਕ ਬੋਰਡ 'ਤੇ ਸਾਰੀਆਂ ਚੀਜ਼ਾਂ ਨੂੰ ਪ੍ਰੈਕਟਿਸ ਕਰਾਂਗੇ ਅਤੇ ਤੁਹਾਨੂੰ ਸਾਰਾ ਕੁਝ ਸਮਝ ਆ ਜਾਣਾ। ਸੋ ਐਗਜ਼ਾਮਪਲ ਦੇਖ ਲਓ ਫਿਰ ਹਾਰ। ਡਾਇਰੈਕਟ, ਆਈ ਸੈਡ ਟੂ ਹਰ ਯੂ ਸ਼ੁੱਡ ਡੂ ਯੋਰ ਵਰਕ। ਇਨਡਾਇਰੈਕਟ, ਆਈ ਐਡਵਾਈਜ਼ਡ ਹਰ that she should do her work. ਸੋ ਕਿਹਨੂੰ ਸਲਾਹ ਦਿੱਤੀ ਹੈ? ਸੁਣਨ ਵਾਲੇ ਨੂੰ। ਤਾਂ ਯੂ ਕੀ ਹੋ ਗਿਆ? ਸੈਕਿੰਡ ਪਰਸਨ। ਆਬਜੈਕਟ ਕੀ ਹੋ ਗਿਆ? ਹਰ। ਹਰ ਨੂੰ ਜਦੋਂ ਅਸੀਂ ਐਕਟਿਵ ਫਾਰਮ 'ਚ ਲੈ ਕੇ ਆਏ, ਉਹ ਕੀ ਬਣ ਗਿਆ? ਸ਼ੀ। ਸੋ ਯੂ ਦੀ ਜਗ੍ਹਾ ਕੀ ਲੱਗਿਆ? ਸ਼ੀ। ਜਦੋਂ ਕਿ ਹਰ ਦੀ ਜਗ੍ਹਾ ਕੀ ਲੱਗਿਆ? ਯੋਰ। ਕਿਉਂਕਿ ਜਦੋਂ ਅਸੀਂ ਯੂ ਨਾਲ ਯੋਰ ਕਰਾਂਗੇ ਅਤੇ ਸ਼ੀ ਨਾਲ ਕੀ ਕਰ ਦਾਂਗੇ? ਹਰ ਕਰ ਦਾਂਗੇ। ਤਾਂ ਇਹ ਕੀ ਬਣ ਗਿਆ? ਆਈ ਸੈਡ ਟੂ ਹਰ ਯੂ ਸ਼ੁੱਡ ਡੂ ਯੋਰ ਵਰਕ। ਆਈ ਐਡਵਾਈਜ਼ਡ ਹਰ ਦੈਟ ਸ਼ੀ ਸ਼ੁੱਡ ਡੂ ਹਰ ਵਰਕ। ਨੈਕਸਟ ਇਜ਼ pronoun of the third person in the reported speech remain unchanged. ਸੋ ਇੱਥੇ ਤੁਹਾਡਾ ਕੰਮ ਖਤਮ ਹੋ ਗਿਆ ਬੱਚਿਓ। ਅਗਰ ਥਰਡ ਪਰਸਨ ਹੋਵੇ ਤਾਂ ਅਸੀਂ ਉਸਦਾ pronoun ਨਹੀਂ ਬਦਲਾਂਗੇ। ਫੋਰ ਐਗਜ਼ਾਮਪਲ, ਆਸ਼ਾ ਸੈਡ ਟੂ ਮੀ ਹੀ ਇਜ਼ ਵੇਸਟਿੰਗ ਹਿਜ਼ ਟਾਈਮ। ਹੁਣ ਇੱਥੇ ਹੀ ਅਤੇ ਹਿਜ਼ ਦੋਨੋਂ ਹੀ ਥਰਡ ਪਰਸਨ ਨੇ। ਸੋ ਇਨਡਾਇਰੈਕਟ ਕੀ ਬਣਿਆ? ਆਸ਼ਾ ਟੋਲਡ ਮੀ ਦੈਟ ਹੀ ਵਾਜ਼ ਵੇਸਟਿੰਗ ਹਿਜ਼ ਟਾਈਮ। ਸੋ ਹੀ ਅਤੇ ਹਿਜ਼ ਸੇਮ ਰਿਹਾ, ਅਸੀਂ ਥਰਡ ਪਰਸਨ ਬਦਲਣਾ ਹੀ ਨਹੀਂ। ਇਸ ਦਾ ਵਾਜ਼ ਜ਼ਰੂਰ ਕੀਤਾ। ਕਿਉਂ ਕੀਤਾ? ਕਿਉਂਕਿ ਬਾਹਰ ਸੈਡ ਸੀ। ਜੇ ਬਾਹਰ ਸੇਜ਼ ਹੁੰਦਾ ਜਾਂ ਵਿਲ ਸੇ ਹੁੰਦਾ ਤਾਂ ਅਸੀਂ ਇਸ ਨੂੰ ਵੀ ਚੇਂਜ ਨਾ ਕਰਦੇ। ਸੋ ਇਹ ਟੇਬਲ ਤੁਸੀਂ ਅੱਛੇ ਤਰੀਕੇ ਨਾਲ ਯਾਦ ਕਰ ਲਓ। ਇਹ ਟੇਬਲ ਕੀ ਹੈ? SON 1 2 3। SON means subject, S means subject, O means object, N means no change. 1 की है first person, 2 की है second person, 3 की है third person. Now rule number 4. Rule number 4 says that
Subject verb agreement must be followed when pronoun or tense in the reported speech is changed. So ਇਹ ਤਾਂ ਸਾਨੂੰ ਕਰਨਾ ਹੀ ਪਊਗਾ ਕਿ ਸਬਜੈਕਟ ਕੀ ਹੈ, ਵਰਬ ਕੀ ਹੋਣਾ ਚਾਹੀਦਾ। ਸਬਜੈਕਟ ਦੇ ਅਕੋਰਡਿੰਗਲੀ ਹੀ ਸਾਡਾ ਵਰਬ ਆਊਗਾ। ਕਿਤੇ ਕਿਤੇ ਸਾਨੂੰ ਇਜ਼ ਦਾ ਯੂਜ਼ ਕਰਨਾ ਪਊ, ਕਿਤੇ ਐਮ, ਕਿਤੇ ਆਰ, ਕਿਤੇ ਵਾਜ਼, ਕਿਤੇ ਵਰ। ਸੋ ਉਹ ਅਕੋਰਡਿੰਗ ਟੂ ਸਬਜੈਕਟ ਹੀ ਲਾਇਆ ਜਾਂਦਾ ਹੈ। Look at the examples. Direct. I say to my friend, you are very hard working. Say तो की पता लगता है present tense है। I tell my friend that he is very hard working. You second person सी, my friend ਦੇ accordingly की बन गया he, is mr ਦਾ is mr ही रह गया क्योंकि बाहर say है, present tense है, अंदरला tense ਅਸੀਂ नहीं बदलिया, बाकी सब कुछ same है। I tell my friend that he is very hard working. I said to my friend, you are very hard working. चेंज देखो इतने की है, सैड टू की जगह की है टोल्ड। आई टोल्ड माई फ्रेंड दैट ही वॉज वेरी हार्ड वर्किंग। इतने असी वॉज किया, वॉज कि अकॉर्डिंगली किया, सब्जैक्ट के अकॉर्डिंगली। ये हो गया सब्जैक्ट वर्ब अरेंजमेंट, क्योंकि ही नाल वॉज लगता जो कि यू नाल आर लग्या होया सी। सो इस तरीके नाल असी अंदरला टेंस बदलिया क्योंकि बाहर टोल्ड सी। सो बाहर पास्ट टेंस होवे तो अंदरला टेंस भी पास्ट हो जाऊगा। कोरिस्पोंडिंग पास्ट मीनस अगर प्रेजेंट इंडेफिनिट है पास्ट इंडेफिनिट बन जाऊगा, अगर प्रेजेंट कंटिन्यूस है पास्ट कंटिन्यूस बन जाऊगा, प्रेजेंट परफेक्ट है पास्ट परफेक्ट बन जाऊगा। कुछ होर टेंस चेंजेस होंगे अगे असी डिटेल करांगे। रूल नंबर 5, अ कंजंक्शन इज़ यूज टू इंट्रोड्यूस द रिपोर्टेड स्पीच। सो जदों ही आप कॉमे हटावांगे कंजंक्शन जरूर लगावांगे। इत्थे कंजंक्शन आप हुण तक की लगाई है दैट। The use of conjunction depends on the type of sentence of the reported speech. The following table will elaborate this concept. So ਜਦੋਂ ਵੀ ਅਸੀਂ conjunction ਲਗਾਣੀ ਹੈ ਅਸੀਂ ਇਸ ਟੇਬਲ ਨੂੰ ਫੋਲੋ ਕਰਦੇ ਹੋਏ ਲਗਾਣੀ ਹੈ। ਅਗਰ ਬੇਟੇ ਤੁਹਾਡੇ ਕੋਲ assertive sentence है, हाँ वाचक सेंटेंस है, तो किहड़ी कंजंक्शन लाओगे कॉमे हटा के दैट। अगर इंटैरोगेटिव सेंटेंस है जिस दे विच के प्रश्न पूछे जा रहे हैं इज़ एम आर वॉज वर हैज़ हैव हैड, इन्हां शब्दां नाल प्रश्न शुरू हो रहा तो तुसी की लाओगे इफ़ या वैदर। अगर इंटैरोगेटिव सेंटेंस है, प्रश्न है जिस दे विच के WH वर्ड्स लगे हुए ने, वट वैन वेयर वाई हाउ, ਤਾਂ ਵਟ ਵੈਨ ਵੇਅਰ ਵਾਈ ਹਾउ ਨਾਲ ਹੀ ਅਸੀਂ ਆਪਣੇ ਇਨਵਰਟਿਡ ਕੌਮਾ ਨੂੰ ਖਤਮ ਕਰ ਲਾਂਗੇ। ਇੱਥੇ ਅਲੱਗ ਤੋਂ ਦੈਟ ਇਫ ਵੈਦਰ ਨਹੀਂ ਲੱਗੇਗਾ। ਅਗਰ ਇੰਪੈਰੇਟਿਵ ਸੈਂਟੈਂਸਿਸ ਹੈ, ਇੰਪੈਰੇਟਿਵ ਸੈਂਟੈਂਸਿਸ ਦੇ ਵਿੱਚ ਅਸੀਂ ਟੂ ਜਾਂ ਦੈਟ ਇਨਫਿਨਿਟਿਵ ਯੂਜ਼ ਕਰਦੇ ਹਾਂ, ਟੂ ਇਨਫਿਨਿਟਿਵ ਯੂਜ਼ ਕਰਦੇ ਹਾਂ ਜਾਂ ਦੈਟ ਕੰਜੰਕਸ਼ਨ ਯੂਜ਼ ਕਰਦੇ ਹਾਂ। ਅਗਰ ਐਕਸਕਲੇਮੇਟਰੀ ਸੈਂਟੈਂਸ ਹੈ ਜਿਸ ਤਰ੍ਹਾਂ ਵਾਓ ਵਟ ਅ ਸੀਨ, ਤਾਂ ਉੱਥੇ ਅਸੀਂ ਦੈਟ ਕੰਜੰਕਸ਼ਨ ਯੂਜ਼ ਕਰਦੇ ਹਾਂ ਕੌਮੇ ਹਟਾਉਣ ਲਈ। ऑपरेटिव सेंटेंस जिस तरह मे गॉड ब्लैस यू, इस तरह के कोई सेंटेंसिस वाले चेंज द नरेशन आता है तो उत्थे भी असी दैट लाते हैं। सो क्विकली देखो जी रूल नंबर 6। रूल नंबर 6 इस एपीसोड का लास्ट रूल है, द टेंस ऑफ द रिपोर्टिंग वर्ब रिमेन्स द सेम। रिपोर्टिंग वर्ब का टेंस सेम रहिंदा है। इफ द रिपोर्टिंग वर्ब इज से और सेज, विल से और सैड, इट रिमेन्स द सेम। मीनस तुसी विल से सेज नू सैड नू बिल्कुल नहीं बदलना। हाँ तुसी उस नू टैल्स, विल टैल, टोल्ड करोगे लेकिन टेंस नहीं बदलोगे। इफ रिपोर्टिंग वर्ब इज फॉलोड बाय टू एंड एन ऑब्जेक्ट, देयर विल बी फॉलोइंग चेंजेस इन द रिपोर्टिंग वर्ब्स if the reported speech is an assertive sentence। सो ਜਿਹੜੀਆਂ ਚੇਂਜਿਸ ਆਪਾਂ ਕਰਨੀਆਂ ਹੁੰਦੀਆਂ ਨੇ ਰਿਪੋਰਟਿੰਗ ਵਰਬ 'ਚੋਂ ਬੜੀਆਂ ਸਿੰਪਲ ਨੇ। ਸੇ ਟੂ ਹਿਮ, ਟੈਲ ਹਿਮ ਆ ਜਾਊਗਾ। ਸੇਜ਼ ਟੂ ਮੀ, ਟੈਲਸ ਮੀ। ਵਿਲ ਸੇ ਟੂ ਹਰ, ਵਿਲ ਟੈਲ ਹਰ। ਸੈਡ ਟੂ ਯੂ, ਟੋਲਡ ਯੂ, ਐਟਸੈਟਰਾ। ਇਹ ਬੜੀਆਂ ਸਿੰਪਲ ਚੇਂਜਿਸ ਨੇ, ਉਹ ਜਿਵੇਂ ਜਿਵੇਂ ਅਸੀਂ ਅੱਗੇ ਐਗਜ਼ਾਮਪਲਸ ਕਰਾਂਗੇ ਤੁਹਾਨੂੰ ਸਮਝ ਆ ਜਾਣਗੀਆਂ। ਸੋ ਦਿਸ ਵਾਜ਼ ਪਾਰਟ 2। You should start with part 1. We have discussed many examples in part 1. Then we have discussed rules in part 2. And the link of part 1 is given in the description box. Kindly go through that. Dear students, I hope you like the series. Please stay with the channel, subscribe the channel to get the latest update on everything according to monthly syllabus of Punjab School Education Board. Thank you for watching. Have a nice time.